ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅੰਮ੍ਰਿਤ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਵਿਗਨਨ ਕੇ ਨਾਸ਼ਕ। ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪਰਕਾਸ। ਸ਼੍ਰੀ ਹਰਿ ਰਾਇ ਨਮੋ ਜੋਰੀ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ। ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਵਾਹਿਗੁਰੂ ਜੀ ਕੀਨੋ ਸਤਿਗੁਰ ਕੀ ਸੁਖ ਸੀਰਾ। ਗੁਣ ਗਣ ਸਹਿਤ ਸੁਲਾਇ ਕਬੀਰ। ਸਭ ਸ੍ਰੀ ਗੁਰੂ ਕੀ ਦਿਸ਼ਾ ਨਿਹਾਰੈ। ਸੇਵਾ ਵਿਖੇ ਨਿਮਰਤਾ ਧਾਰੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ ਪਤਿਤ ਪਾਵਨ ਭਗਤ ਵਸ਼ਲ
ਕਿਰਪਾ ਨਿਧਾਨ ਜੁਗੋ ਜੁਗ ਅਟਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਦੂਰ ਨੇੜੇ ਤੋਂ ਚੱਲ ਕੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਸਤ ਸੰਗਤ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਗੁਰੂ ਕੀ ਸੰਗਤ ਸੇਵਾ ਦੇ ਵਿੱਚ ਲੱਗੀ ਹੋਈ ਹੈ। ਗਰੀਬ ਨਿਵਾਜ ਸਭਨਾਂ ਦੀ ਸਤ ਸੰਗਤ ਸੇਵਾ ਭੇਟਾ ਅਰਦਾਸ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ। ਗੁਰੂ ਕੇ ਚਰਨਾਂ ਦੇ ਵਿੱਚ ਸ਼ਾਮ ਵੇਲੇ ਸਭ ਤੋਂ ਪਹਿਲਾਂ ਅਸੀਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਜਿੱਥੇ ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਲੜੀਵਾਰ ਕਥਾ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਬਚਨ ਸਰਵਣ ਕਰਾਂਗੇ। ਉੱਥੇ ਕੁਝ ਕੁ ਸਮੇਂ ਵਾਸਤੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਤਿੰਨਾਂ ਦਾ ਅੱਜ ਜੋਤੀ ਜੋਤ ਦਿਹਾੜਾ ਹੈ। ਅੱਜ ਵਾਲੇ ਦਿਨ ਸਹਿਬ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ 1575 ਈਸਵੀ ਨੂੰ ਸਤਿਗੁਰਾਂ ਨੇ ਸਰੀਰ ਛੱਡਿਆ ਸੀਗਾ। ਜਿਹੜਾ ਇਤਿਹਾਸ ਹੈ ਇਹ ਵੀ ਆਪਾਂ ਕੁਝ ਕੁ ਸਮਾਂ ਲਾਸਟ ਦੇ ਵਿੱਚ ਅੱਜ ਵਾਲੇ ਦਿਨ ਦੇ ਪਰਥਾਏ ਵੀ ਬਚਨ ਸਰਵਣ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਦੇ ਨਾਲ ਹਜ਼ੂਰੀ ਦੇ ਵਿੱਚ ਬੈਠ ਕੇ ਗੁਰ ਇਤਿਹਾਸ ਬਚਨ ਸਰਵਣ ਕਰਨ ਦਾ ਉਦਮ ਬਖਸ਼ਿਸ਼ ਕਰਨ। ਲੜੀਵਾਰ ਕਥਾ ਦੇ ਵਿੱਚ ਆਪਾਂ ਇੱਥੋਂ ਤੱਕ ਸਤਿਗੁਰਾਂ ਦਾ ਜੀਵਨ ਸਰਵਣ ਕੀਤਾ ਹੈ, ਇਤਿਹਾਸ ਦਾ ਪ੍ਰਸੰਗ ਸਰਵਣ ਕੀਤਾ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਸੰਗਤ ਵਿੱਚ ਦੂਰ ਤੱਕ ਆਪਣੇ ਸੇਵਕਾਂ ਨੂੰ ਹੁਕਮ ਭੇਜਿਆ ਹੈ ਕਿ ਸਾਡਾ ਅੰਤਲਾ ਸਮਾਂ ਨੇੜੇ ਆ ਗਿਆ ਹੈ। ਹੁਣ ਅਸੀਂ ਸਰੀਰ ਛੱਡਣਾ ਹੈ ਔਰ ਸਾਡੇ ਤੋਂ ਬਾਅਦ ਜਿਨ੍ਹਾਂ ਨੇ ਸਿੱਖ ਧਰਮ ਦੀ ਅਗਵਾਈ ਕਰਨੀ ਹੈ, ਅਗਲਾ ਗੁਰੂ ਵੀ ਥਾਪਿਆ ਜਾਏਗਾ। ਇਸ ਕਰਕੇ ਸਾਰੀ ਸੰਗਤ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇ। ਇਹ ਜਿਹੜਾ ਬਚਨ ਸੀਗਾ, ਇਹ ਜਿਹੜਾ ਸਤਿਗੁਰਾਂ ਦਾ ਹੁਕਮ ਸੀਗਾ, ਜਿਨ੍ਹਾਂ ਜਿਨ੍ਹਾਂ ਨਗਰਾਂ ਦੇ ਵਿੱਚ ਮਿਲਿਆ ਹੈ, ਪਹੁੰਚਿਆ ਹੈ, ਗੁਰੂ ਕੇ ਪਿਆਰੇ ਗਏ ਹਨ। ਉੱਥੋਂ ਵਹੀਰਾਂ ਘੱਤ ਕੇ ਬਹੁਤ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੀ ਹੈ। ਸੰਗਤਾਂ ਦੇ ਮਨ ਦੇ ਵਿੱਚ ਬਹੁਤ ਭਾਰੀ ਬੈਰਾਗ ਹੈ। ਉਹ ਪਾਤਸ਼ਾਹ ਜਿਹੜੇ ਦਲਾਂ ਦੇ ਦਲਾਂ ਨੂੰ ਖਤਮ ਕਰਦੇ ਸਨ, ਉਹ ਸਤਿਗੁਰੂ ਜੀ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਜਾ ਕਰਕੇ ਕਿਸੇ ਤਰ੍ਹਾਂ ਦਾ, ਕਿਸੇ ਤਰੀਕੇ ਦਾ ਡਰ ਨਹੀਂ ਸੀ ਰਹਿ ਜਾਂਦਾ। ਔਰ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਪੀਰੀ ਦੇ ਨਾਲ ਨਾਲ ਮੀਰੀ ਵੀ ਲੈ ਕਰਕੇ ਆਂਦੀ, ਸਿੱਖਾਂ ਨੂੰ ਸ਼ਸਤਰਧਾਰੀ ਯੋਧੇ ਬਣਾਇਆ ਔਰ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕੀਤਾ ਹੈ ਤੇ ਸਿੱਖਾਂ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਰਹਿਣਾ ਸਿਖਾਇਆ ਹੈ, ਜਿੱਤਣਾ ਸਿਖਾਇਆ ਹੈ, ਜੰਗ ਦੇ ਮੈਦਾਨ ਦੇ ਵਿੱਚ ਕੁਰਬਾਨੀਆਂ ਕਰਨੀਆਂ
ਔਰ ਲੜਨਾ ਸਿਖਾਇਆ ਹੈ ਬਹਾਦਰੀ ਦੇ ਨਾਲ। ਉਹ ਪਾਤਸ਼ਾਹ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਛੱਡ ਰਹੇ ਹਨ। ਇਸ ਕਰਕੇ ਸੰਗਤ ਵੱਡੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਸੁਨੇਹਾ ਭੇਜਿਆ ਗਿਆ ਸੀਗਾ ਧੀਰਮਲ, ਜਿਹੜਾ ਆਪਣੀ ਮਰਜ਼ੀ ਦੇ ਨਾਲ ਚੱਲਦਾ ਸੀਗਾ, ਉਹ ਵੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਇਆ ਹੈ। ਅਤੇ ਆਪਾਂ ਚੰਗੀ ਤਰ੍ਹਾਂ ਇਤਿਹਾਸ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ ਕਿ ਧੀਰਮਲ ਨੂੰ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚ ਕੇ ਇੰਝ ਲੱਗਿਆ ਕਿ ਮੈਨੂੰ ਗੁਰਤਾ ਗੱਦੀ ਨਹੀਂ ਮਿਲੇਗੀ, ਕਿਉਂਕਿ ਸਤਿਗੁਰਾਂ ਦੀ ਮੇਰੇ ਉੱਪਰ ਖੁਸ਼ੀ ਨਹੀਂ ਹੈ। ਸਤਿਗੁਰਾਂ ਨੇ ਮੇਰੇ ਵੱਲ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ। ਅੰਮ੍ਰਿਤ ਗੁਰਬਾਣੀ ਦੇ ਸਰੂਪ ਮੇਰੇ ਕੋਲ ਹਨ ਅਤੇ ਮੈਂ ਪਾਤਸ਼ਾਹ ਜੀ ਦਾ ਵੱਡਾ ਪੋਤਰਾ ਹਾਂ ਅਤੇ ਮੇਰਾ ਬਹੁਤ ਵੱਡਾ ਸੰਗਤਾਂ ਦੇ ਵਿੱਚ ਮਾਣ ਸਨਮਾਨ ਵੀ ਹੈ। ਇਸ ਕਰਕੇ ਸਤਿਗੁਰਾਂ ਨੂੰ ਚਾਹੀਦਾ ਸੀਗਾ ਕਿ ਮੈਨੂੰ ਆਪਣੇ ਕੋਲ ਬਿਠਾਉਂਦੇ, ਅਤੇ ਪਰ ਹੁਣ ਧੀਰਮਲ ਨੇ ਇਹ ਸੋਚਿਆ ਕਿ ਜੇ ਮੈਂ ਆਪਣੇ ਆਪ ਗੱਦੀ ਲਾ ਕਰਕੇ ਬੈਠ ਜਾਵਾਂ, ਸੰਗਤ ਕੁਝ ਮੇਰੇ ਨਾਲ ਹੈ ਅਤੇ ਕੁਝ ਹੋਰ ਜੁੜ ਜਾਏਗੀ, ਅਤੇ ਸਤਿਗੁਰਾਂ ਨੂੰ ਮੇਰਾ ਮਾਣ ਸਨਮਾਨ ਦੇਖਦਿਆਂ ਹੋਇਆਂ ਗੁਰਤਾ ਗੱਦੀ ਦੇਣੀ ਪਏਗੀ। ਇਸ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਨ ਤੋਂ ਬਾਅਦ ਅਜੇ ਤੀਸਰੇ ਦਿਨ ਦੀਵਾਨ ਸੱਜਣੇ ਸਨ। ਪਾਤਸ਼ਾਹ ਜੀ ਨੇ ਸੰਗਤ ਵਿੱਚ ਪਹੁੰਚਣਾ ਸੀਗਾ ਔਰ ਇਹ ਗੁਰਤਾ ਗੱਦੀ ਦੀ ਜਿਹੜੀ ਮਰਿਆਦਾ ਹੈ ਉਹ ਨਿਭਾਈ ਜਾਣੀ ਹੈ। ਪਰ ਧੀਰਮਲ 3 ਦਿਨ ਪਹਿਲਾਂ ਹੀ ਗੱਦੀ ਲਾ ਕਰਕੇ, ਪਲੰਘਾ ਲਾ ਕਰਕੇ ਆਪਣੇ ਉੱਪਰ ਚੌਰ ਚਲਾਉਣ ਲੱਗ ਪਿਆ, ਛਤਰ ਲਾ ਲਿਆ ਹੈ ਔਰ ਵੱਡੇ ਪਲੰਘੇ 'ਤੇ ਬੈਠ ਕਰਕੇ ਅਤੇ ਆਪਣੇ ਸੇਵਕਾਂ ਨੂੰ ਜਿਸ ਤਰ੍ਹਾਂ ਸਿਖਾਇਆ ਹੋਇਆ ਹੈ ਉਹ ਕਹੀ ਜਾ ਰਹੇ ਹਨ। ਧੀਰਮਲ ਨੇ ਅਗਲਾ ਗੁਰੂ ਬਣਨਾ ਹੈ ਔਰ 2 ਦਿਨ ਬਾਅਦ ਧੀਰਮਲ ਨੂੰ ਹੀ ਗੁਰਤਾ ਗੱਦੀ ਦੀ ਬਖਸ਼ਿਸ਼ ਹੋਣੀ ਹੈ। ਇਹ ਸਤਿਗੁਰਾਂ ਦਾ ਹੁਕਮ ਹੈ। ਅਤੇ ਆਮ ਜਿਹੜੀ ਸੰਗਤ ਨਵੀਂ ਆਈ ਹੈ ਉਹ ਭੁਲੇਖਾ ਖਾ ਕੇ ਧੀਰਮਲ ਨੂੰ ਸੀਸ ਝੁਕਾਈ ਜਾ ਰਹੀ ਹੈ। ਹੁਣ ਆਜ ਦੀ ਜਿਹੜੀ ਸੰਗਤ ਹੈ ਉਹ ਭੁਲੇਖਾ ਖਾਂਦੀ ਹੈ ਅਤੇ ਧੀਰਮਲ ਦੇ ਅੱਗੇ ਸੀਸ ਝੁਕਾਈ ਜਾਂਦੀ ਹੈ। ਪਾਤਸ਼ਾਹ ਜੀ ਤੱਕ ਗੱਲ ਪਹੁੰਚੀ ਹੈ। ਸਤਿਗੁਰਾਂ ਨੇ ਬਚਨ ਕੀਤਾ, ਜਿਸ ਤਰ੍ਹਾਂ ਧੀਰਮਲ ਸਵੇਰੇ ਬੈਠਾ ਹੈ ਨਾ, ਜੇ ਸ਼ਾਮਾਂ ਨੂੰ ਵੀ ਉਸੇ ਤਰ੍ਹਾਂ ਬੈਠੇਗਾ ਅਤੇ ਫਿਰ ਇਹਦਾ ਪਲੰਘਾ ਚੁੱਕ ਦਿਓ, ਇਹਨੂੰ ਬਾਂਹ ਤੋਂ ਪਕੜ ਕੇ ਨਗਰ ਦੇ ਵਿੱਚੋਂ ਸਣੇ ਇਹਦੇ ਜਿਹੜੇ ਸੇਵਕ ਹਨ ਬਾਹਰ ਕੱਢ ਦਿਓ। ਇਹਦਾ ਕਿਸੇ ਤਰ੍ਹਾਂ ਦਾ ਕੋਈ ਮਾਣ ਸਨਮਾਨ ਨਾ ਕੀਤਾ ਜਾਏ। ਮਰਿਆਦਾ ਤੋਂ ਆਪਣੇ ਆਪ ਨੂੰ ਗੁਰੂ ਐਲਾਨ ਰਿਹਾ ਹੈ। ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹਲੀਮੀ, ਕੋਈ ਜਿਹੜੀ ਸਹਿਜਤਾ ਉਹ ਨਹੀਂ ਵਰਤੀ ਜਾਏਗੀ। ਹੁਣ ਜਦੋਂ ਧੀਰਮਲ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸ਼ਾਮਾਂ ਨੂੰ ਫਿਰ ਪਲੰਘਾ ਲਾ ਕਰਕੇ ਅਤੇ ਗੁਰੂ ਬਣ ਕੇ ਬੈਠਾ ਹੈ ਅਤੇ ਗੁਰੂ ਕੇ ਜਿਹੜੇ ਯੋਧੇ ਸਨ, ਸਿੱਖ ਸਨ, ਉਹਨਾਂ ਨੇ ਧੀਰਮਲ ਦੇ ਚੇਲਿਆਂ ਦੇ ਕੋਲ ਜਦੋਂ ਉੱਥੇ ਪਹੁੰਚੇ ਅਤੇ ਉਸੇ ਵੇਲੇ ਜਿਹੜੇ ਚੇਲੇ ਚਾਟੜੇ ਦੇ ਸਨ ਉਹ ਦੌੜ ਗਏ। ਧੀਰਮਲ ਨੂੰ ਫਿਰ ਨਗਰ ਤੋਂ ਗੁਰੂ ਕੇ ਸਿੱਖਾਂ ਨੇ ਬਾਹਰ ਕੱਢ ਦਿੱਤਾ। ਇਹ ਬਹੁਤ ਵੱਡਾ ਗੁਨਾਹ ਹੈ। ਅਸਲ ਦੇ ਵਿੱਚ ਗੁਰੂ ਉਹੀ ਬਣਦਾ ਜਿਹਦੇ ਉੱਪਰ ਸਤਿਗੁਰੂ ਜੀ ਖੁਸ਼ ਹੋਣ ਅਤੇ ਸੰਗਤ ਦੇ ਵਿੱਚ ਇੱਕ ਮਰਿਆਦਾ ਦੇ ਨਾਲ ਜਿਹਨੂੰ ਗੁਰਤਾ ਗੱਦੀ ਮਿਲੇ ਉਹ ਗੁਰੂ ਬਣਦਾ ਹੈ। ਇਸ ਤਰ੍ਹਾਂ ਥੋੜ੍ਹੀ ਗੁਰੂ ਬਣਿਆ ਜਾਂਦਾ। ਧੀਰਮਲ ਨੂੰ ਨਗਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਧੀਰਮਲ ਪਛਤਾ ਰਿਹਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੀ ਹੈ ਅਤੇ ਸਾਰੀ ਸੰਗਤ ਦੇ ਵਿੱਚ ਮੇਰਾ ਬਹੁਤ ਵੱਡਾ ਨਿਰਾਦਰ ਹੋਇਆ ਹੈ। ਪਹਿਲਾਂ ਤਾਂ ਕੁਝ ਜਾਣੇ ਜਾਣਦੇ ਸਨ, ਹੁਣ ਤਾਂ ਸਾਰੀ ਸੰਗਤ ਵਿੱਚ ਪਤਾ ਲੱਗ ਗਿਆ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ, ਬਦਨਾਮੀ ਹੋਈ ਹੈ। ਧੀਰਮਲ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਜਿਹੜਾ ਪਖੰਡ ਰਚਿਆ ਹੈ, ਆਪਣੇ ਆਪ ਨੂੰ ਗੁਰੂ ਬਣਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ, ਸਤਿਗੁਰਾਂ ਦੇ ਹੁਕਮ ਦੇ ਵਿੱਚ ਉਹਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇਹ ਫਿਰ ਘੋੜੇ 'ਤੇ ਸਵਾਰ ਹੋ ਕਰਕੇ ਫਿਰ ਆਪਣੇ ਕੁਝ ਜਿਹੜੇ ਚੇਲੇ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਕਰਤਾਰਪੁਰ ਸਾਹਿਬ ਜੀ ਵਾਲੇ ਪਾਸੇ ਆ ਗਿਆ ਹੈ। ਇੱਧਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਮਾਂ ਉਹ ਬਤੀਤ ਹੋਇਆ ਹੈ। ਸਾਹਿਬ ਜੀ
ਹੁਣ ਸਾਰੀ ਸੰਗਤ ਇੱਕ ਜਗ੍ਹਾ 'ਤੇ ਇਕੱਤਰ ਹੋਈ ਹੈ। ਅਗਲਾ ਜਿਹੜਾ ਗੁਰੂ ਹੈ ਉਹ ਥਾਪਿਆ ਜਾਣਾ ਹੈ ਅਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸਾਰੀ ਜਿਹੜੀ ਸੰਗਤ ਹੈ ਉਹ ਪਹੁੰਚੀ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਭਾਵਨਾ ਸਹਿਤ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨੇ ਜਿਹੜੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਹਨ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ, ਤਿੰਨੇ ਬੜੇ ਆਗਿਆਕਾਰੀ ਸਹਿਜ ਵਾਲੇ ਔਰ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ। ਪਰ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਬਾਬਾ ਧੀਰਮਲ ਜੀ, ਇਹ ਆਪਣੀ ਮਨ ਮਰਜ਼ੀ ਕਰਦਾ ਹੈ। ਬਾਕੀ ਸਾਰੇ ਹਮੇਸ਼ਾ ਸਤਿਗੁਰਾਂ ਦੇ ਪਿਤਾ ਦੇ ਹੁਕਮ ਦੇ ਵਿੱਚ ਰਹਿ ਰਹੇ ਹਨ ਔਰ ਸਾਰੇ ਗੁਣਾਂ ਦੇ, ਸਹਿਜ ਦੇ, ਸਹਿਣਸ਼ੀਲਤਾ ਦੇ, ਨਿਮਰਤਾ ਦੇ ਸਹਿਜ ਹਨ, ਗੁਣਾਂ ਦੇ ਨਾਲ ਭਰੇ ਹੋਏ ਹਨ ਤੇ ਹਰ ਵੇਲੇ ਸਾਰੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਪਾਸੇ ਦੇਖਦੇ ਹਨ ਕਿ ਜਿਵੇਂ ਪਾਤਸ਼ਾਹ ਜੀ ਕਹਿਣਗੇ ਉਸੇ ਤਰ੍ਹਾਂ ਹੀ ਕੀਤਾ ਜਾਏਗਾ ਔਰ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ ਤੇ ਮਨ ਦੇ ਵਿੱਚ ਬੜੀ ਭਾਰੀ ਨਿਮਰਤਾ ਹੈ ਔਰ ਹੁਣ ਦੇਖਦੇ ਹਨ ਕਿ ਪਾਤਸ਼ਾਹ ਜਿਵੇਂ ਕਰਨਗੇ, ਸਤਿਗੁਰਾਂ ਨੂੰ ਜੋ ਭਾਏਗਾ ਚੰਗਾ ਲੱਗੇਗਾ ਉਹੀ ਠੀਕ ਹੈ ਔਰ ਅਸੀਂ ਉਸੇ ਮੁਤਾਬਕ ਚੱਲਾਂਗੇ ਔਰ ਇੰਤਜ਼ਾਰ ਕਰ ਰਹੇ ਹਨ ਕਿ ਛੇਵੇਂ ਪਾਤਸ਼ਾਹ ਜੀ ਜਿਹਦੇ ਉੱਪਰ ਬਖਸ਼ਿਸ਼ ਕਰਨਗੇ, ਜਿਹਨੂੰ ਨਿਵਾਜਣਗੇ, ਉਹੀ ਅਗਲਾ ਗੁਰੂ ਬਣੇਗਾ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਚੱਲਦਾ ਹੈ ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀ ਰੁਖ ਹੈ ਕਿ ਇਹਦੇ ਉੱਪਰ ਪਾਤਸ਼ਾਹ ਜੀ ਪ੍ਰਸੰਨ ਹੁੰਦੇ ਹਨ। ਇਹ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਜਿਤਨਾ ਕਹਿੰਤ ਭਾਵ ਜੀ ਕਰਦੇ ਹਨ, ਸਾਰਿਆਂ ਦੇ ਮਨ ਦੇ ਵਿੱਚ ਕਦੇ ਕਦੇ ਵਿਚਾਰ ਆ ਰਿਹਾ ਹੈ ਕਿ ਸ਼ਾਇਦ ਸ਼੍ਰੀ ਹਰਿ ਰਾਏ ਸਾਹਿਬ ਜੀ ਅਗਲੇ ਗੁਰੂ ਬਣਨਗੇ। ਪਰ ਜਿਹੜਾ ਧੀਰਮਲ ਹੈ ਵੱਡਾ ਸੀਗਾ, ਹਰਗੋਬਿੰਦ ਸਾਹਿਬ ਜੀ ਦਾ ਵੱਡਾ ਪੋਤਰਾ ਹੈ, ਕਾਲੀ ਕਰ ਗਿਆ ਹੈ, ਆਪ ਹੀ ਗੁਰੂ ਬਣ ਕੇ ਬੈਠ ਕਰਕੇ ਬਹੁਤ ਬੈਠਾ ਹੈ। ਅਦਰ ਹੋਇਆ, ਦੂਰ ਦੂਰ ਤੱਕ ਗੱਲ ਪਹੁੰਚੀ ਹੈ ਚਾਹੀਦਾ ਮਲ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਹਨ ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਜਿਸ ਤਰ੍ਹਾਂ ਕਦੇ ਪਹਿਲੇ ਸਮੇਂ ਦੇ ਵਿੱਚ ਧੀਰਮਲ ਚੱਲਦਾ ਸੀਗਾ, ਉਸੇ ਹੀ ਗਿਣਤੀ ਦੇ ਵਿੱਚ ਪਖੰਡ ਰਚਨਾਮੀ ਕਰਵਾ, ਪਰ ਆਉਣ ਵਾਲੇ ਗੁਰੂ ਹੋਣਗੇ ਔਰ ਤੁਰਕਾਂ ਦੇ ਨਾਲ ਇਹਦਾ ਮਿਲਾਪ ਸੀਗਾ ਤੇ ਨੂੰ ਮੈਂ ਸਤਿਗੁਰਾਂ ਵਾਲੇ ਪੱਖ ਦੇ ਵਿੱਚ ਨਹੀਂ, ਮੈਂ ਜੰਗਾਂ ਯੁੱਧਾਂ ਦੇ ਹੱਕ ਦੇ ਵਿੱਚ ਨਹੀਂ, ਬਾਦਸ਼ਾਹ ਦੇ ਇਹ ਧੀਰਮਲ ਲਾਣ ਦੇ ਜੀਵਨ ਦੇ ਕਮਾ ਅਜੇ ਸਤਿਗੁਰਾਂ ਨੇ ਗੁਰੂ ਥਾਪਣਾ ਹੈ ਤੇ ਤੂੰ ਨਹੀਂ ਉਸ ਤਰ੍ਹਾਂ ਗੁਰੂ ਦੇ ਵਾਂਗ ਟਕਵਾਂਜ ਰਚ ਕੇ ਤੇ ਬੈਠ ਗਿਆ, ਸਾਰਿਆਂ ਭੇਟਾਵਾਂ ਲੈ ਰਿਹਾ ਹੈ। ਇਹ ਚੰਗਾ ਨਹੀਂ ਕੀਤਾ, ਠੀਕ ਨਹੀਂ ਕੀਤਾ ਧੀਰਮਲ ਦੇ। ਇਸ ਤਰ੍ਹਾਂ ਸੰਗਤ ਕਹਿ ਰਹੀ ਹੈ ਤੇ ਕਈ ਤਰ੍ਹਾਂ ਦੀਆਂ ਲਾਹਨਤਾਂ ਤਿਰਕਾਰਾਂ ਪਾ ਰਹੀ ਹੈ। ਫਿਰ 2 ਕੁ ਦਿਨ ਇਸ
ਕਿ ਹੁਣ ਫਿਰ ਹੋਲੀਆਂ ਦਾ ਸਮਾਂ ਹੈ, ਲੋਕ ਹੋਲੀਆਂ ਖੇਡ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ ਹੈ ਸਤਿਗੁਰਾਂ ਨੇ। ਅਗਲੇ ਨੂੰ ਥਾਪਣਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਛੱਡ ਰਹੇ ਹਨ। ਇਸ ਕਰਕੇ ਹੋਈ ਹੈ ਔਰ ਸਤਿਗੁਰਾਂ ਸੋਹਣੀ ਜਿਹੜੀ ਫਰਸ਼ ਕੀਤੀ ਜਾਵੇ, ਸੋਹਣਾ ਬੈਠਣ ਦਾ ਪ੍ਰਬੰਧ ਕੀਤਾ ਜਾਏ ਔਰ ਫਿਰ ਛਾਂ ਕਰਨ ਉੱਪਰ ਲਾਇਆ ਜਾਵੇ ਤੇ ਸਾਰੀ ਜਿਹੜੀ ਸੰਗਤ ਹੈ ਉਹ ਉੱਥੇ ਪਹੁੰਚੇ ਤੇ ਗਰੀਬਾਂ ਦਾ ਹੁਕਮ ਹੋਇਆ ਹੈ ਤੇ ਬਹੁਤ ਸੋਹਣਾ ਜਿਹੜਾ ਉੱਥੇ ਪ੍ਰਬੰਧ ਕੀਤਾ ਹੈ। ਕਰੋ ਬਿਲਮ ਪਾਤਸ਼ਾਹ ਧੰਨ ਕੀਤਾ ਬਹੁਤੀ ਦੇਰ ਨਾ ਲਾਈ ਜਾਵੇ, ਝਾਟੀ ਬਿਨਾਂ ਕਤਰ ਹੋ ਰਹੀ ਹੈ। ਬੇਨਤੀ ਕਰੋ ਕਿ ਇੱਥੇ ਆਕਰਸ਼ਣ ਦੀ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੋਇਆ ਹੈ। ਆਏ ਸਭਾ ਆ ਕਰਕੇ ਇਹ ਅੱਜ ਜਿਹੜਾ ਵਾਕਾ ਹੋਣ ਲੱਗਾ ਹੈ, ਧਿਆਨ ਸਹਿਤ ਸਾਰੇ ਆ ਕੇ ਦਰਸ਼ਨ ਦੇ ਵਿੱਚ ਇਹਨੇ ਕੀਤੀ ਹੈ। ਜੰਗ ਬਹੁਤ ਚੱਲ ਕਰਕੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ ਤੇ ਸਾਰੀ ਸੰਗਤ ਕਹਿ ਰਹੀ ਹੈ ਅੱਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਵੱਡਾ ਦਰਬਾਰ ਸੱਜ ਰਿਹਾ ਹੈ ਤੇ ਸਤਿਗੁਰਾਂ ਦਾ ਹੁਕਮ ਹੋਇਆ ਹੈ ਚੱਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਅੱਜ ਇਸ ਦਰਬਾਰ ਦੇ ਵਿੱਚ ਸਭਾ ਦੇ ਵਿੱਚ ਪਹੁੰਚੋ ਜੀ। ਰੰਗ ਸੰਗੇ ਸਾਰੇ ਅਮੀਰ ਗਰੀਬ ਹੈ, ਦੂਰ ਵਾਲਾ ਹੈ ਚਾਹੇ ਨੇੜੇ ਵਾਲਾ ਹੈ, ਸਤਿਗੁਰਾਂ ਦਾ ਹੁਕਮ ਸੁਣਿਆ ਹੈ, ਸਤਿਗੁਰਾਂ ਦਾ ਬਚਨ ਮੰਨ ਕੇ ਵਿੱਚ ਪਹੁੰਚੇ ਦਰਸ਼ਨ ਸੁਖ ਸੁਰ ਕੇ ਦਰਬਾਰ ਤੇ ਸਾਰੀ ਭਾਵਨਾ ਸਹਿਤ ਗੁਰੂ ਕੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਹਨ ਔਰ ਫਿਰ ਵੱਡੀ ਜਿਹੜੀ ਸਭਾ ਹੈ ਬਾਜ਼ਾਰ ਦੇ ਕੋਲ ਬੜੇ ਸੋਹਣੇ ਢੰਗ ਦੇ ਨਾਲ ਤਿਆਰੀ ਕਰਕੇ ਜਿਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਹੋਇਆ ਹੈ ਉਸੇ ਤਰ੍ਹਾਂ ਸੋਹਣਾ ਜਿਹੜੀ ਜਗ੍ਹਾ ਉਹ ਤਿਆਰ ਕੀਤੀ ਗਈ ਹੈ ਤੇ ਸੋਹਣਾ ਥੱਲੇ ਬੈਠਣ ਵਾਸਤੇ ਬੜੀ ਸੁੰਦਰ ਜਿਹੜੀ ਹੈ ਔਰ ਰੰਗ ਦੇ ਕੱਪੜਿਆਂ ਦੇ ਨਾਲ ਬਣੀ ਹੋਈ ਜਿਹੜੀ ਚਾਨਣੀ ਹੈ ਉੱਪਰ ਤਾਣੀ ਗਈ, ਸੰਗਤਾਂ ਦੇ ਬੈਠਣ ਵਾਸਤੇ ਪ੍ਰਬੰਧ ਹੋਇਆ ਹੈ। ਗਰੀਬ ਨਿਵਾਜ ਜਿਵੇਂ ਹੁਕਮ ਹੋਇਆ ਹੈ ਜਿਹੜੇ ਤੰਬੂ ਕਨਾਤ ਹੈ ਵੱਡੀਆਂ ਚਾਨਣੀਆਂ ਤੇ ਰੰਗ ਦੀਆਂ ਤੇ ਬਹੁਤ ਸੁੰਦਰ ਢੰਗ ਦੀ ਜਿਹੜੀ ਆਸ-ਪਾਸ ਝਾਲਰਾਂ ਦੇ ਨਾਲ ਬੜੀਆਂ ਖੂਬਸੂਰਤ ਅਨੇਕਾਂ ਤਰ੍ਹਾਂ ਦੇ ਕੱਪੜਿਆਂ ਦੇ ਨਾਲ ਤੰਦੀਆਂ ਤੇ ਥੱਲੇ ਨੂੰ ਲਮਕ ਔਰ ਕਈ ਤਰ੍ਹਾਂ ਦੇ ਜਿਹੜੇ ਫੁੱਲ ਅਨੇਕਾਂ ਤਰ੍ਹਾਂ ਦੇ ਬਣਾ ਕਰਕੇ ਸੋਹਣੇ ਰੇਸ਼ਮੀ ਕੱਪੜੇ ਦੇ ਤਾਣੀ ਦੇ ਤੰਦ ਦੇ ਉੱਥੇ ਲੱਗੇ ਹੋਏ ਹਨ। ਤੇ ਬਹੁਤ ਤਣਿਓ
ਔਰ ਇਸ ਤਰ੍ਹਾਂ ਰੇਸ਼ਮ ਦੇ ਡੋਰੇ ਵੱਟ ਕੇ ਤਾਣੀਆਂ ਬਣਾ ਕੇ ਤੇ ਵਿਛਾਈ ਕਰਕੇ ਹੋ ਗਈ ਹੈ। ਗਮਨ ਕਰਿਓ ਜਿਸ ਥਾਈ ਸਾਹਿਬ ਜੀ ਗਰੀਬ ਨਿਵਾਜ ਦੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਕਰਕੇ ਉੱਥੇ ਪਹੁੰਚ ਸੰਗ ਨਿਜ ਲੀ ਉੱਥੇ ਸ਼੍ਰੀ ਨਾਲ ਲੈ ਕਰਕੇ ਆ ਰਹੇ ਹਨ ਸਰੂਪ ਸੁਬੈ ਸੰਵੀਨ ਔਰ ਛੋਟੀ ਉਮਰ ਹੈ ਹਰ ਰਾਏ ਸਾਹਿਬ ਜੀ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੂਰਜ ਮਲ ਸਿੰਘ ਬਹਾ ਉੱਥੇ ਨਾਲ ਹੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਜਮਲ ਔਰ ਨਾਲ ਹੀ ਅੱਗੇ ਜਾ ਕਰਕੇ ਕਰਨੇ ਕਹਿਣ ਤੋਂ ਭਾਵ ਸ੍ਰੀ ਗੁਰੂ ਤੇਗ ਬਹਾਦਰ ਅੱਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਧੰਨ ਨਾਨਕ ਸਾਹਿਬ ਜੀ ਦੇ ਅਨੰਨ ਸੇਵਕ ਜਿਨ੍ਹਾਂ ਨੇ ਛੇ ਗੁਰੂ ਕੁਝ ਸਮਾਂ ਪਹਿਲਾਂ ਚੱਲ ਵਸੇ ਔਰ ਬਾਬਾ ਭਾਨਾ ਜੀ ਕਹਿਣ ਲੱਗੇ ਭਾਨਾ ਸਾਹਿਬ ਬਿਰਧ ਕੀ ਅੰਸ਼ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਦੇ ਵਿੱਚੋਂ ਇਹ ਵੀ ਗੁਰੂ ਦਾ ਹੁਕਮ ਸਵੀਕਾਰ ਕੀਤੀ ਹੈ ਤੇ ਕੋਲ ਹੀ ਪਾਤਸ਼ਾਹ ਜੀ ਦੇ ਬੈਠੇ ਹਨ ਚੰਚਲ ਚੁਰਾਈ ਤੇ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਕੇ ਪਿਆਰੇ ਹੱਥ ਦੇ ਵਿੱਚ ਚੌਰ ਸਾਹਿਬ ਲੈ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਚੁਲਾ ਰਹੇ ਹਨ। ਅੱਜ ਪਹਿਲਾਂ ਜਿੱਥੇ ਵੱਡੇ ਦਰਬਾਰ ਸਜਦੇ ਸਨ ਤੇ ਸੰਗਤ ਬੜੇ ਪ੍ਰਸੰਨਤਾ ਦੇ ਨਾਲ ਆਉਂਦੀ ਸੀਗੀ, ਨਗਾਰੇ ਵੱਜਦੇ ਸੀਗੇ, ਬੜੀਆਂ ਖੁਸ਼ੀ ਹੁੰਦੇ ਸਨ। ਉੱਥੇ ਸੰਗਤ ਉਹਨਾਂ ਨੇ ਗੋਲ ਵੱਡੇ ਜਿਹੜੇ ਪੱਖੇ ਹਨ ਉਹ ਪਕੜੇ ਹੋਏ ਹਨ, ਇਸੇ ਤਰ੍ਹਾਂ ਝੁਲਾ ਰਹੇ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿਹੜਾ ਔਰ ਕੁਝ ਗੁਰੂ ਕੇ ਪਿਆਰੇ ਸੰਗਤ ਵਿੱਚ ਸੰਗਤਾਂ ਵਾਸਤੇ ਪੱਖਾ ਜਿਹੜਾ ਉਹ ਝੁਲਾ ਰਹੇ ਹਨ। ਵੱਡੀਆਂ ਪੱਖੀਆਂ ਫੜੀਆਂ ਹੋਈਆਂ ਹਨ ਜਿਹੜੀਆਂ ਦੇਖਣ ਨੂੰ ਸੂਰਜ ਦੀ ਤਰ੍ਹਾਂ ਲੱਗਦੀਆਂ ਹਨ, ਗੋਲ ਹਨ। ਸੂਰਜ ਦੂਸਰ ਬਿਦ ਕਰੇ ਔਰ ਹੁਣ ਚਰਨ ਸਰੋਜਨ ਕੋ ਕਰ ਦਮੋ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵਾਰ-ਵਾਰ ਰਾਏ ਜੋਧ ਸ਼ਾਹ ਔਰ ਅਨੇਕਾਂ ਹੋਰ ਗੁਰੂ ਕੇ ਪਿਆਰੇ ਨਮਸਕਾਰਾਂ ਕਰ ਰਹੇ ਹਨ ਤੇ ਸਾਰੇ ਗੁਰੂ ਕੇ ਚਰਨਾਂ ਦੇ ਵਿੱਚ ਨੇੜੇ ਹੋ ਕਰਕੇ ਬੈਠੇ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਵਿੱਚ ਬੜੇ ਮਹਾਨ ਬਲੀ ਜਿਹੜੇ ਯੋਧੇ ਕੀਤੇ ਚਰਨਾਂ ਦੇ ਵਿੱਚ ਸਹਿਬ ਪਾਤਸ਼ਾਹ ਸਾਹਿਬ ਜੀ ਦੇ ਹੁਕਮ ਦੇ ਵਿੱਚ ਆ ਕਰਕੇ ਬੈਠੇ ਹਨ। ਜਿਸ ਜੋ ਇਸ ਦੇਸ਼ ਮਸੰਦ ਵਿਲੰਦ ਤੇ ਜਿਹੜਾ ਇਲਾਕੇ ਜਿਸ ਸੰਤ ਸੰਗਤ ਨਾਲ ਹੈ ਸੰਗਤ ਨਾਲ ਕਰ ਬ੍ਰਿੰਦ ਤੇ ਸਾਰੇ ਆ ਕੇ ਗੁਰੂ ਕੇ ਚਰਨਾਂ ਦੇ ਵਿੱਚ ਸਮੇਤ ਸੰਗਤ ਦੇ ਸਜੇ ਹਨ। ਤੇ ਹੁਣ ਜਦੋਂ ਸਾਰੀ ਸੰਗਤ ਸਭਾ ਦੇ ਵਿੱਚ ਪਹੁੰਚ ਗਈ ਹੈ, ਬੈਠ ਗਈ ਹੈ ਤੇ ਵਾਰ-ਵਾਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਕੇ ਇੱਕ ਸਤਿਗੁਰਾਂ ਨੂੰ ਫਿਰ ਪਿੱਛੇ ਹੋ ਕਰਕੇ ਬੈਠਦੇ ਤੇ ਜਿਹੜੇ ਨਗਰ ਦੇ ਹੋਰ ਵੀ ਪ੍ਰਬੰਧਕ ਸਨ, ਪੰਚ ਪ੍ਰਧਾਨ ਜਿਹੜੇ ਸਨ, ਦੇ ਲੋਕ ਸਨ,
ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਕੋਲ ਸੱਦਿਆ ਹੈ। ਨਰ ਪਰਮਾਨੰਦ ਪਰ ਸੋਨਾ ਲੱਗਾ ਹੋਇਆ ਸੀ, ਸੋਨੇ ਦੀ ਕਢਾਈ ਹੋਈ ਸੀ ਤੇ ਸੋਨੇਦਾਰ ਸਤਿਗੁਰਾਂ ਦੇ ਅੱਗੇ ਖੜੇ ਸਨ। ਸ਼ੁਭ ਹਰਗੋਬਿੰਦ ਉੱਪਰ ਚੰਦੋਆ ਤੇ ਚੌਰ ਝੁੱਲ ਰਿਹਾ ਹੈ। ਚੁੱਭਦਾਰ ਦਾ ਖੜੇ ਹਨ। ਆਉਂਦੇ ਸਮੇਂ ਦੀਵਾਨ ਭਰ ਗਇਓ ਭਾਵੇਂ ਤਿਆਰ ਕੇ ਸਿੱਖਾਂ ਨੂੰ ਹੁਕਮ ਕਰ ਸਮੇਂ ਦੇ ਵਿੱਚ ਸਾਰੀ ਜਗ੍ਹਾ ਭਰ ਗਈ ਹੈ। ਤੇ ਜਦੋਂ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹਨ ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬ ਜੀ ਦੇ ਸਪੁੱਤਰ ਕਿ ਜਿਸ ਮਰਿਆਦਾ ਦੇ ਨਾਲ ਪਹਿਲਾਂ ਅੱਜ ਦੇ ਦਿਨ ਜਿਹੜੀ ਮਰਿਆਦਾ ਨਿਭਾਈ ਜਾਣੀ ਹੈ, ਭਾਈ ਭਾਨਾ ਜਿਹਨੂੰ ਪਤਾ ਹੈ ਭੇਜ ਕਰਕੇ ਚੰਦਨ ਕੋ ਖਸਵਾਏ ਔਰ ਕਹਿਣ ਲੱਗੇ ਕੇਸਰ ਤੇ ਚੰਦਨ ਨੂੰ ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਸਾਹਿਬ ਪਾਤਸ਼ਾਹ ਸ਼੍ਰੀ ਹਰਿ ਰਾਏ ਸਾਹਿਬ ਜੀ ਵਾਲੇ ਪਾਸੇ ਬੜੇ ਪਿਆਰ ਦੇ ਨਾਲ ਤੱਕਿਆ ਹੈ ਔਰ ਉਹਨਾਂ ਨੂੰ ਕੋਲ ਬਿਠਾ ਕਰਕੇ ਆਪ ਪਾਤਸ਼ਾਹ ਜੀ ਉੱਠ ਗਏ ਹਨ। ਤੇ ਜ਼ਿਕਰ ਇਤਿਹਾਸ ਦੇ ਵਿੱਚ ਕਿ 3 ਪ੍ਰਦਖਣਾ ਸਾਹਿਬ ਪਾਤਸ਼ਾਹ ਸਾਹਿਬ ਜੀ ਨੇ ਸਾਹਿਬ ਪਾਤਸ਼ਾਹ ਜੀ ਨੇ ਲਿਆ ਹੈ, ਸੀਸ ਝੁਕਾ ਦਿੱਤਾ ਹੈ। ਅਗਲਾ ਜਿਹੜਾ 7ਵਾਂ ਪਾਤਸ਼ਾਹ 7ਵੇਂ ਜਿਹੜੇ ਪਾਤਸ਼ਾਹ ਪੋਤਰੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਿੱਤਾ, ਤਖਤ ਤੇ ਵਿਰਾਜਮਾਨ ਕਰ ਦਿੱਤਾ। ਅਗਲੇਰਾ ਜਿਹੜਾ ਇਤਿਹਾਸ ਹੈ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ ਤੇ ਹੈ ਕਣੀਆਂ ਨੂੰ ਉਹਨਾਂ ਬੂੰਦਾਂ ਨੂੰ ਕੋਈ ਗਿਣ ਨਹੀਂ ਸਕਦਾ। ਤੇ ਖੁਸ਼ਬੂ ਦੱਸ ਸਕੇ ਸਮੁੰਦਰ ਦਾ ਪਾਣੀ ਵੀ ਪਾ ਲਵੇ, ਪਰ ਕਹਿਣ ਲੱਗੇ ਗੁਰੂ ਅਮਰਦਾਸ ਜੀ ਔਰ ਹੈ ਉਹ ਗੁਰਮਤਿ ਦੀ ਮਰਿਆਦਾ ਤੁਸੀਂ ਨਿਸ਼ਚਿਤ ਕੀਤੀ ਹੈ ਪਾਤਸ਼ਾਹ ਅਮਰਦਾਸ ਜੀ। ਔਰ ਬੇਅੰਤ ਐਸੇ ਜੀਵ ਜਿਹੜੇ ਭੁੱਖੇ ਸੌਂਦੇ ਸਨ ਉਹਨਾਂ ਵਾਸਤੇ ਲੰਗਰ ਚਲਾਇਆ, ਕਿਸੇ ਨੂੰ ਮਨਾਹੀ ਨਹੀਂ ਸਾਰੀ ਕਰਕੇ ਤੇ ਕੋਈ ਵੀ ਭੁੱਖਾ ਨਹੀਂ। ਗੋਬਿੰਦਵਾਲ ਸਾਹਿਬ ਜੀ ਦੀ ਸੰਗਤ ਨੇ ਬੇਨਤੀ ਕੀਤੀ, ਕਿਰਪਾ ਦੇ ਨਾਲ ਬੌਲੀ ਸਾਹਿਬ ਦਾ ਨਿਰਵਾਣ ਜੀਵ ਹੈ ਨੂੰ ਸੁਖ ਵਰਤਾ ਅੱਛਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ। ਅੰਮ੍ਰਿਤ ਬਾਣੀ ਮੁਆਫ ਕਰਨਾ ਗੁਰੂ ਜੀ ਦਾ ਗੁਰ ਸਾਹਿਬ ਪਾਤਸ਼ਾਹ ਗੱਦੀ ਉੱਪਰ ਵਿਰਾਜਮਾਨ ਕੀਤਾ ਹੈ। ਰਾਮਕਲੀ ਸੱਦ ਦੇ ਵਿੱਚ ਅੱਜ ਦਾ ਜਿਹੜਾ ਇਤਿਹਾਸਕ ਦਿਨ ਹੈ ਉਹਦੇ ਖੂਬਸੂਰਤ ਬਚਨ ਕੀਤੇ। ਵਿੱਚ ਬੈਰਾਗ
ਪਾਣੀ ਵਹਿ ਰਿਹਾ ਹੈ, ਅਸੀਂ ਸਰੀਰ ਛੱਡਣ ਲੱਗੇ ਹਾਂ। ਦੇ ਵਿੱਚੋਂ ਪਾਣੀ ਵਹਿ ਰਿਹਾ ਹੈ। ਪਾਤਸ਼ਾਹ ਜੀ ਨੇ ਵਚਨ ਕੀਤਾ, ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਇਹ ਭਾਈ ਜਿਹੜਾ ਕੋਈ ਰੋ, ਫਿਰ ਉਸ ਤੱਕ ਇੱਕ ਸਤਿਗੁਰਾਂ ਨੇ ਬਚਨ ਕੀਤੇ, ਅਗਾਂਹ ਕੋਈ ਰੋਏਗਾ ਨਹੀਂ, ਕੋਈ ਪਾਪਾ ਨਹੀਂ ਕਰੇਗਾ। ਕੀ ਕਰਨਾ ਹੈ ਪਾਤਸ਼ਾਹ? ਕਹਿਣ ਲੱਗੇ ਸਿਮਰਨ ਕਰਨਾ ਹੈ ਤੇ ਕੀਰਤਨ ਕਰਨਾ ਹੈ। ਕੇਸੋ ਗੋਪਾਲ ਪੰਡਤ ਸਤਿ ਪੜੇ। ਕਹਿਣ ਲੱਗੇ ਕਿ ਕੋਈ ਗੁਰੂ ਕਾ ਪਿਆਰਾ ਜਿਹੜਾ ਵਿਦਵਾਨ ਹੋਵੇ, ਪਰਮੇਸ਼ਰ ਦੀ ਦਿਓ ਤੇ ਬੈਠ ਕੇ ਮਾਲਕ ਦੀ। ਹੁਣ ਬਚਨ ਕੀਤਾ ਹੈ ਕਿ ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮੰਨ ਲਈ ਰਜਾਏ ਜੀਓ। ਮੁਖ ਹੋਇਆ ਰਾਮਦਾਸ ਸੇ ਪੈਰੀ ਪਾਏ ਜੀਓ। ਸਹਿ ਪਾਤਸ਼ਾਹ ਧੰਨ ਗੁਰੂ ਜੀ ਦਾ ਉਹ ਆ ਕੇ ਸਨਮੁਖ ਖੜਿਆ, ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਝੁਕਿਆ। ਮਰਿਆਦਾ ਸੋਹਣੇ ਢੰਗ ਦੀ ਬਣਾ ਕਰਕੇ, ਅੰਮ੍ਰਿਤ ਬਾਣੀਆਂ ਦਾ ਉਚਾਰਨ ਕਰਕੇ, ਵੱਡੇ ਭਾਰੇ ਉਪਕਾਰ ਸਤਿਗੁਰਾਂ ਦੇ ਸਹਿ ਪਾਤਸ਼ਾਹ ਧੰਨ ਗੁਰੂ ਵਿੱਚ ਕੋਟਾਨ ਕੋਟ ਪ੍ਰਣਾਮ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ ਜੀ। ਆਓ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਾਰੀ ਸਿਮਰਨ ਦੇ ਵਾਹਿਗੁਰੂ ਵਾਹਿਗੁਰੂ ਵਾਹਿ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।